ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 30 ਪੌੜੀਆਂ ਤੇ ਵਿਚਾਰ ਹੋਈ। 31ਵੀਂ ਪੌੜੀ ਤੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਸ਼ਬਦਾਰਥ। ਆਸਣ ਯਾਨੀ ਟਿਕਾਣਾ। ਲੋਏ ਲੋਏ ਯਾਨੀ ਹਰੇਕ ਭਵਨ ਵਿੱਚ। ਪਾਇਆ ਯਾਨੀ ਉਸ ਅਕਾਲ ਪੁਰਖ ਨੇ ਪਾ ਦਿੱਤਾ। ਕਰ ਕਰ ਯਾਨੀ ਜੀਵਾਂ ਨੂੰ ਪੈਦਾ ਕਰਕੇ। ਵੇਖੈ ਯਾਨੀ ਸੰਭਾਲ ਕਰਦਾ ਹੈ। ਸਾਚੀ ਯਾਨੀ ਸਦਾ ਅਟਲ ਰਹਿਣ ਵਾਲੀ। ਆਪ ਕਹਿੰਦੇ ਹਨ ਕਿ ਉਸ ਪ੍ਰਭੂ ਦਾ ਹਰ ਲੋਕ ਵਿੱਚ ਨਿਵਾਸ ਜਾਂ ਆਸਣ ਹੈ ਅਤੇ ਉਹਦੇ ਭੰਡਾਰ ਵੀ ਹਰ ਲੋਕ ਵਿੱਚ ਹਨ। ਉਸ ਪ੍ਰਭੂ ਨੇ ਸ੍ਰਿਸ਼ਟੀ ਦੇ ਅਨੰਤ ਲੋਕਾਂ ਦੇ ਅਨੰਤ ਭੰਡਾਰਾਂ ਵਿੱਚ ਜੋ ਕੁਛ ਪਾਉਣਾ ਸੀ, ਇੱਕੋ ਵਾਰ ਪਾ ਦਿੱਤਾ ਹੈ। ਉਹ ਪ੍ਰਭੂ ਆਪਣੀ ਸ੍ਰਿਸ਼ਟੀ ਨੂੰ ਦੇਖ ਰਿਹਾ ਹੈ ਅਤੇ ਇਸ ਦੀ ਸੰਭਾਲ ਕਰ ਰਿਹਾ ਹੈ। ਉਹ ਖੁਦ ਵੀ ਸੱਚਾ ਹੈ ਅਤੇ ਉਹਦੀ ਕਾਰ ਵੀ ਸੱਚੀ ਹੈ। ਉਹ ਸੱਚਾ ਜੋ ਕੁਝ ਕਰਦਾ ਹੈ ਸੱਚੋ ਸੱਚ ਹੈ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਤਾਤਪਰਯ ਇਹ ਹੈ, ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ। ਭਾਉ ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ। ਜੋ ਕੁਝ ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਦੇ ਵਿੱਚ ਪਾਇਆ ਹੈ, ਇੱਕੋ ਵਾਰੀ ਪਾ ਦਿੱਤਾ ਹੈ। ਭਾਉ ਉਸ ਦੇ ਭੰਡਾਰੇ ਸਦਾ ਅਖੁੱਟ ਹਨ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ। ਗੁਰੂ ਜੀ ਸਮਝਾਉਂਦੇ, ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ, ਇਹ ਕਾਰ ਸਦਾ ਅਟਲ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਤਾਤਪਰਯ ਇਹ ਹੈ, ਸੋ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸੁਧ ਸਰੂਪ ਹੈ, ਜਿਸ ਦਾ ਕੋਈ
ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇਹੀ ਹੈ ਤਰੀਕਾ ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ। ਭਾਉ ਬੰਦਗੀ ਦੀ ਬਰਕਤ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਵੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਵੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪ੍ਰਬੰਧ ਦੇ ਰਾਹ ਵਿੱਚ ਕੋਈ ਹੋਰ ਨਹੀਂ ਪੈ ਸਕਦਾ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਹਾ ਪਤ ਪਵੜੀਆਂ, ਚੜੀਐ ਹੋਏ ਅਕੀਸ। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਸ਼ਬਦਾਰਥ। ਪਤ ਯਾਨੀ ਪਤੀ, ਪੌੜੀਆਂ ਯਾਨੀ ਪੌੜੀਆਂ, ਅਕੀਸ ਯਾਨੀ ਈਸ਼ਵਰ ਨਾਲ ਇੱਕ ਹੋਣਾ, ਕੀਟਾ ਰੀਸ ਯਾਨੀ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ, ਕੂੜੀ ਠੀਸ ਯਾਨੀ ਝੂਠਿਆਂ ਦੀਆਂ ਝੂਠੀਆਂ ਗੱਪਾਂ ਜਾਂ ਡਿੰਗਾਂ। ਇਸ ਪੌੜੀ ਵਿੱਚ ਗੁਰੂ ਸਾਹਿਬ ਪਰਮਾਤਮਾ ਦੇ ਸਿਮਰਨ ਨੂੰ ਉਸ ਦੀ ਪ੍ਰਾਪਤੀ ਦਾ ਸਾਧਨ ਦੱਸਦੇ ਹੋਏ ਕਹਿੰਦੇ ਹਨ, ਜੇ ਸਾਡੀਆਂ ਇੱਕ ਜੀਵ ਤੋਂ ਲੱਖ ਅਤੇ ਲੱਖ ਤੋਂ 20 ਲੱਖ ਜੀਭਾਂ ਬਣ ਜਾਣ, ਤਾਂ ਸਾਨੂੰ ਚਾਹੀਦਾ ਹੈ ਕਿ ਹਰ ਜੀਵ ਦੁਆਰਾ ਲੱਖ ਲੱਖ ਵਾਰ ਉਸ ਜਗਦੀਸ਼ ਦਾ ਨਾਮ ਜਪਦੇ ਰਹੀਏ। ਨਾਮ ਦਾ ਜਾਪ ਪਤੀ ਪਰਮੇਸ਼ਰ ਦੇ ਮਹਿਲ ਦੀਆਂ ਪੌੜੀਆਂ ਸਥਾਨ ਹੈ, ਜਿਨ੍ਹਾਂ ਨੂੰ ਚੜ੍ਹ ਕੇ ਉਸ ਨਾਲ ਇੱਕ ਹੋ ਜਾਈਦਾ ਹੈ। ਉਸ ਮਾਲਕ ਬਾਰੇ ਉੱਚੀਆਂ ਅਸਮਾਨੀ ਗੱਲਾਂ ਸੁਣ ਕੇ ਪ੍ਰਭੂ ਦੇ ਨਾਮ ਤੋਂ ਖਾਲੀ ਕੀੜੀਆਂ ਸਮਾਨ ਜੀਵ ਵੀ ਨਾਮ ਦੇ ਰਸੀਆਂ ਗੁਰਮੁਖਾਂ ਦੀ ਰੀਸ ਕਰਕੇ ਪਰਮਾਤਮਾ ਨਾਲ ਮਿਲਾਪ ਕਰਨ ਦੀਆਂ ਗੱਲਾਂ ਕਰਦੇ ਹਨ। ਕੂੜੀ ਦੁਨੀਆ ਦੇ ਕੂੜੇ ਪਦਾਰਥਾਂ ਵਿੱਚ ਲੱਗੇ ਕੁੜਿਆਰ ਭਾਵੇਂ ਲੱਖ ਸੇਖੀਆਂ ਮਾਰਨ, ਉਹ ਆਪਣੇ ਆਪ ਪ੍ਰਭੂ ਨਾਲ ਮਿਲਾਪ ਨਹੀਂ ਕਰ ਸਕਦੇ। ਪ੍ਰਭੂ ਦਾ ਮਿਲਾਪ ਉਹਦੀ ਦਇਆ ਮਿਹਰ ਦੁਆਰਾ ਹੀ ਸੰਭਵ ਹੈ। ਮਨੁੱਖ ਦੀ ਸੇਖੀਆਂ ਝੂਠੀਆਂ ਹਨ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਤਾਤਪਰਯ ਇਹ ਹੈ, ਜੇ ਇੱਕ ਤੋਂ ਲੱਖ ਜੀਭਾਂ ਹੋ ਜਾਣ ਅਤੇ ਲੱਖ ਜੀਭਾਂ ਤੋਂ 20 ਲੱਖ ਹੋ ਜਾਣ, ਇਹਨਾਂ 20 ਲੱਖ ਜੀਭਾਂ ਨਾਲ ਜੇ ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਲੱਖ ਵਾਰੀ ਆਖੀਏ, ਤਾਂ ਵੀ
ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਗੱਪ ਹੈ। ਭਾਉ ਜੇ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੇ ਉਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ। ਏ ਤਰਾਹਾਂ ਪਤ ਪਬੜੀਆਂ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਤਾਤਪਰਯ ਇਹ ਹੈ, ਇਸ ਰਸਤੇ ਵਿੱਚ ਭਾਉ ਪਰਮਾਤਮਾ ਨਾਲੋਂ ਵਿਥ ਦੂਰ ਕਰਨ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ, ਉਹਨਾਂ ਉੱਤੇ ਆਪਾ ਭਾਉ ਗਵਾ ਕੇ ਹੀ ਚੜ ਸਕੀਦਾ ਹੈ। ਲੱਖਾਂ ਜੀਵਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ ਭਾਉ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਇਉਂ ਹੈ, ਮਾਨੋ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਵੀ ਇਹ ਰੀਸ ਆ ਗਈ ਹੈ ਕਿ ਅਸੀਂ ਵੀ ਆਕਾਸ਼ ਤੋਂ ਅਪੜ ਜਾਈਏ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਤਾਤਪਰਯ ਇਹ ਹੈ, ਗੁਰੂ ਜੀ ਸਮਝਾਉਂਦੇ, ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲੀਦਾ ਹੈ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਹੀ ਨਿਰੀ ਕੂੜੀ ਹੀ ਵਡਿਆਈ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ। ਭਾਉ ਕੂੜ ਦੀ ਪਾਲ ਵਿੱਚ ਘਿਰਿਆ ਜੀਵ ਦੁਨੀਆ ਦੇ ਚਿੰਤਾ ਫਿਕਰਾਂ ਦੁੱਖਾਂ ਕਲੇਸ਼ਾਂ ਦੇ ਟੋਏ ਵਿੱਚ ਡਿੱਗਿਆ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ ਅਸਥਾਨ ਮਾਨੋ ਇੱਕ ਐਸਾ ਉੱਚਾ ਟਿਕਾਣਾ ਹੈ ਜਿੱਥੇ ਠੰਡ ਹੀ ਠੰਡ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੇ ਉਸ ਉੱਚੀ ਅਰਸੀ ਅਵਸਥਾ ਤੇ ਮਨੁੱਖ ਤਦੋਂ ਹੀ ਅਪੜ ਸਕਦਾ ਹੈ ਜੇ ਸਿਮਰਨ ਦੀ ਪੌੜੀ ਦਾ ਆਸਰਾ ਲਏ। ਤੂੰ ਤੂੰ ਕਰਤਾ ਤੂੰ ਵਿੱਚ ਆਪਾ ਲੀਨ ਕਰ ਦੇਵੇ। ਇਸ ਆਪਾ ਵਾਰਣ ਤੋਂ ਬਿਨਾ ਇਹ ਸਿਮਰਨ ਵਾਲਾ ਉਦਮ ਇਉਂ ਹੀ ਹੈ ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਵੀ ਉੱਥੇ ਅਪੜਨਾ ਦਾ ਸ਼ੌਕ ਪੈਦਾ ਹੋ ਜਾਏ, ਪਰ ਤੁਰਨ ਆਪਣੀ ਕੀੜੀ ਵਾਲੀ ਰਫਤਾਰ ਨਾਲ ਹੀ। ਇਹ ਵੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਉਂਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੋਵੇ। ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਈ, ਨਾਨਕ ਉਤਮ ਨੀਚ ਨਾ ਕੋਈ। ਸ਼ਬਦਾਰਥ, ਆਖਣ ਯਾਨੀ ਆਖਣ ਵਿੱਚ, ਚੁੱਪੈ ਯਾਨੀ ਚੁੱਪ ਰਹਿਣ ਵਿੱਚ, ਜ਼ੋਰ ਯਾਨੀ ਸਮਰਥਾ, ਸ਼ੋਰ ਯਾਨੀ ਰੋਲਾ।
ਸੁਰਤੀ यानी आत्मक जाग, ਗਿਆਨ यानी ਗਿਆਨ ਪ੍ਰਾਪਤ ਕਰਨ ਵਿੱਚ, ਵਿਚਾਰ यानी ਵਿਚਾਰ ਕਰਨ ਵਿੱਚ, ਜੁਗਤੀ यानी ਜੁਗਤ ਵਿੱਚ, ਛੁਟੈ यानी ਮੁਕਤ ਹੁੰਦਾ ਹੈ। ਜਿਸ ਹੱਥ यानी ਅਕਾਲ ਪੁਰਖ ਦੇ ਹੱਥ ਵਿੱਚ, ਕਰ ਵੇਖੈ यानी ਸ੍ਰਿਸ਼ਟੀ ਨੂੰ ਰਚ ਕੇ ਸੰਭਾਲ ਰਿਹਾ ਹੈ। ਸੋਏ यानी ਉਹੀ ਅਕਾਲ ਪੁਰਖ। ਇਸ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਨਸਾਨ ਹਰ ਗੱਲ ਵਿੱਚ ਆਪਣੀ ਮਰਜ਼ੀ ਕਰਨੀ ਚਾਹੁੰਦਾ ਹੈ, ਪਰ ਅਸਲ ਵਿੱਚ ਉਹ ਆਪਣੀ ਜ਼ੋਰ ਜਾਂ ਹੱਠ ਨਾਲ ਕੁਝ ਵੀ ਨਹੀਂ ਕਰ ਸਕਦਾ। ਨਾ ਕੋਈ ਆਪਣੇ ਜ਼ੋਰ ਜਾਂ ਹੱਠ ਨਾਲ ਕੁਝ ਕਰ ਸਕਦਾ ਹੈ ਅਤੇ ਨਾ ਹੀ ਆਪਣੇ ਜ਼ੋਰ ਜਾਂ ਹੱਠ ਨਾਲ ਚੁੱਪ ਰਹਿ ਸਕਦਾ ਹੈ। ਨਾ ਕੋਈ ਜ਼ੋਰ ਨਾਲ ਕੁਝ ਲੈ ਸਕਦਾ ਹੈ ਅਤੇ ਨਾ ਹੀ ਜ਼ੋਰ ਨਾਲ ਕੁਝ ਦੇ ਸਕਦਾ ਹੈ। ਨਾ ਕੋਈ ਆਪਣੇ ਜ਼ੋਰ ਨਾਲ ਜਿੰਦਾ ਰਹਿ ਸਕਦਾ ਹੈ ਅਤੇ ਨਾ ਹੀ ਮਰ ਸਕਦਾ ਹੈ। ਨਾ ਕੋਈ ਆਪਣੀ ਸ਼ਕਤੀ ਨਾਲ ਰਾਜ ਪਾਟ ਧਨ ਮਾਲ ਲੈ ਸਕਦਾ ਹੈ ਅਤੇ ਨਾ ਹੀ ਸੂਰਮਾ ਜਾਂ ਜੇਤੂ ਬਣ ਸਕਦਾ ਹੈ। ਨਾ ਕੋਈ ਜ਼ੋਰ ਨਾਲ ਸੁਰਤੀ ਜਾਂ ਧਿਆਨ ਲਾ ਸਕਦਾ ਹੈ ਅਤੇ ਨਾ ਹੀ ਗਿਆਨ ਦਾ ਵਿਚਾਰ ਕਰਨ ਵਾਲਾ ਬਣ ਸਕਦਾ ਹੈ। ਜ਼ੋਰ ਨਾਲ ਨਾ ਜੁਗਤੀ ਮਿਲ ਸਕਦੀ ਹੈ, ਨਾ ਹੀ ਸੰਸਾਰ ਤੋਂ ਮੁਕਤੀ ਮਿਲ ਸਕਦੀ ਹੈ। ਜੇ ਕੋਈ ਇਹ ਸਮਝਦਾ ਹੈ ਕਿ ਮੇਰੇ ਹੱਥ ਵਿੱਚ ਜ਼ੋਰ ਹੈ, ਤਾਂ ਉਹ ਆਪਣਾ ਜ਼ੋਰ ਅਜਮਾ ਕੇ ਦੇਖ ਲਵੇ ਕਿ ਉਹਦੇ ਜ਼ੋਰ ਨਾਲ ਕੁਝ ਹੋ ਸਕਦਾ ਹੈ ਕਿ ਨਹੀਂ। ਇਸ ਪੱਖੋਂ ਨਾ ਕੋਈ ਉੱਤਮ ਹੈ ਤੇ ਨਾ ਹੀ ਨੀਚ। ਆਖਣ ਜ਼ੋਰ ਚੁਪੈ ਨਾਹਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ। ਤਾਤਪਰਯ ਇਹ ਹੈ, ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ। ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚਲਦੀ ਹੈ ਅਤੇ ਨਾ ਹੀ ਦੇਣ ਵਿੱਚ। ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਦਿੰਦੀ। ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰ-ਫਾਂ ਹੁੰਦੀ ਹੈ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਈ। ਤਾਤਪਰਯ ਇਹ ਹੈ, ਆਤਮਕ ਜਾਗ ਵਿੱਚ, ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰੱਥਾ ਨਹੀਂ ਹੈ। ਉਸ ਜੁਗਤੀ ਵਿੱਚ ਰਹਿਣ ਲਈ ਵੀ ਸਾਡਾ ਇਖਤਿਆਰ ਨਹੀਂ ਹੈ, ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ ਪੁਰਖ ਰਚਨਾ ਰਚ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਸਮਰੱਥਾ ਹੈ।
ਗੁਰੂ ਜੀ ਸਮਝਾਉਂਦੇ, ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਅਤੇ ਨਾ ਹੀ ਨੀਚ। ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣ ਜਾਏ ਤਾਂ ਹੀ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ। ਭਾਉ ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪਾ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ। ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲਿਆਂ ਨੂੰ ਖਿੰਡਾ ਰਿਹਾ ਹੈ। ਸੋ ਜੇ ਕੋਈ ਜੀਵ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ। ਜੇ ਕੋਈ ਇਸ ਪਾਸੋਂ ਖੁੰਝਿਆ ਪਿਆ ਹੈ ਤਾਂ ਵੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾ ਮੰਗਦੇ ਹਾਂ ਤਾਂ ਇਹ ਪ੍ਰੇਰਣਾ ਵੀ ਉਹ ਆਪ ਹੀ ਕਰਨ ਵਾਲਾ ਹੈ ਤੇ ਫਿਰ ਦਾਤਾ ਦਿੰਦਾ ਵੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮੱਧ ਵਿੱਚ ਮੱਤਾ ਪਿਆ ਹੈ, ਇਹ ਵੀ ਰਜ਼ਾ ਪ੍ਰਭੂ ਦੀ ਹੀ ਹੈ। ਜੇ ਕਿਸੇ ਦੀ ਸੂਰਤ ਪ੍ਰਭੂ ਚਰਨਾਂ ਵਿੱਚ ਹੈ ਤੇ ਜੀਵਨ ਜੁਗਤ ਸੁਬਰੀ ਹੈ ਤਾਂ ਇਹ ਮਿਹਰ ਵੀ ਪ੍ਰਭੂ ਦੀ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।